ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਨਤਾਸ਼ਾ ਹੈ। ਮੈਂ ਇੱਕ ਥਾਣੇ ਵਿੱਚ ਬਤੌਰ ਕਾਂਸਟੇਬਲ ਨੌਕਰੀ ਕਰਦੀ ਹਾਂ। ਮੇਰੇ ਵਿਆਹ ਨੂੰ 1.5 ਸਾਲ ਹੋ ਗਿਆ ਹੈ ਤੇ ਮੇਰਾ 3 ਮਹੀਨਿਆਂ ਦਾ ਇੱਕ ਬੇਟਾ ਵੀ ਹੈ। ਉਹ ਪਿਛਲੇ 3 ਦਿਨਾਂ ਤੋਂ ਬਿਮਾਰ ਸੀ ਤੇ ਮੈਂ ਉਸ ਨੂੰ ਉਸ ਦੀ ਦਾਦੀ ਦੇ ਕੋਲ ਛੱਡ ਕੇ ਆਉਂਦੀ ਸੀ, ਪਰ ਉਸ ਦੀ ਤਬੀਅਤ ਠੀਕ ਹੋਣ ਦਾ ਨਾਮ ਹੀ ਨਹੀਂ ਲੈ ਰਹੀ ਸੀ। ਮੇਰੀ ਸੱਸ ਕਹਿਣ ਲੱਗੀ, ਆਪਣੇ ਬੇਟੇ ਨੂੰ ਡਾਕਟਰ ਦੇ ਕੋਲ ਲੈ ਕੇ ਜਾਓ। ਇਹ ਨਾ ਹੋਵੇ ਕਿ ਤੇਰੀ ਨੌਕਰੀ ਦੇ ਚੱਕਰ ਵਿੱਚ ਬੱਚਾ ਜ਼ਿਆਦਾ ਬਿਮਾਰ ਹੋ ਜਾਵੇ ਅਤੇ ਤੈਨੂੰ ਵੱਡਾ ਨੁਕਸਾਨ ਹੋ ਜਾਵੇ। ਮੈਂ ਆਪਣੀ ਸੱਸ ਦੀ ਗੱਲ ਸੁਣ ਕੇ ਘਬਰਾ ਗਈ ਸੀ। ਇਸੇ ਕਰਕੇ ਥਾਣੇ 'ਚੋਂ ਛੁੱਟੀ ਲੈ ਲਈ, ਪਰ ਮੇਰੇ ਬੇਟੇ ਦੀ ਤਬੀਅਤ ਜ਼ਿਆਦਾ ਵਿਗੜ ਗਈ। ਤਾਂ ਹੀ ਤਾਂ ਉਹ ਠੀਕ ਨਹੀਂ ਹੋ ਰਿਹਾ ਸੀ। 3 ਦਿਨ ਮੈਂ ਉਸ ਦੀ ਦੇਖਭਾਲ ਵਿੱਚ ਲੱਗੀ ਰਹੀ ਸੀ। ਦੁਆਵਾਂ ਮਿਹਨਤਾਂ ਕੀ ਕੁਝ ਨਹੀਂ ਕੀਤਾ ਸੀ। ਆਖਰਕਾਰ ਰੱਬ ਨੇ ਮੇਰੀ ਸੁਣ ਲਈ ਸੀ। ਮੇਰਾ ਬੱਚਾ ਠੀਕ ਹੋ ਗਿਆ। ਫਿਰ ਮੈਂ ਵਾਪਸ ਆਪਣੀ ਡਿਊਟੀ 'ਤੇ ਆ ਗਈ। ਮੈਨੂੰ ਜੇਲ੍ਹ ਵਿੱਚ ਇੱਕ ਨਵਾਂ ਚਿਹਰਾ ਨਜ਼ਰ ਆਇਆ। ਮੈਂ ਆਪਣੀ ਸਾਥੀ ਲੇਡੀ ਕਾਂਸਟੇਬਲ ਨੂੰ ਪੁੱਛਿਆ ਕਿ ਇਸ ਲੜਕੀ ਦਾ ਕੀ ਜੁਰਮ ਆ। ਮੇਰਾ ਸਾਥੀ ਮਾਹੀ ਨੇ ਜੋ ਗੱਲ ਮੈਨੂੰ ਦੱਸੀ, ਉਹ ਸੁਣ ਕੇ ਤਾਂ ਮੈਂ ਦੰਗ ਹੀ ਰਹਿ ਗਈ। ਉਸਨੇ ਦੱਸਿਆ ਕਿ ਇਹ ਲੜਕੀ ਆਪਣੇ 6 ਮਹੀਨੇ ਦੇ ਬੱਚੇ ਨੂੰ ਮਾਰ ਕੇ ਆਈ ਆ। ਇਹ ਅਲਫਾਜ਼ ਮੇਰੇ ਵਾਸਤੇ ਬਰਦਾਸ਼ਤ ਕਰਨਾ ਨਾਮੁਮਕਿਨ ਸੀ। ਮੇਰੇ ਸਾਹਮਣੇ ਇੱਕ ਇੱਦਾਂ ਦੀ ਲੜਕੀ ਸੀ ਜੋ ਇਨਸਾਨ ਕਹਿਣ ਦੇ ਕਾਬਿਲ ਵੀ ਨਹੀਂ ਸੀ। ਉਸ ਦੀ ਉਮਰ ਲਗਭਗ 19-20 ਸਾਲ ਸੀ। ਚਿਹਰੇ 'ਤੇ ਮਾਸੂਮੀਅਤ ਦੀ ਬਲਾ ਸੀ। ਮੈਂ ਕਿਹਾ, ਤੂੰ ਆਪਣੇ ਬੱਚੇ ਨੂੰ ਮਾਰਿਆ? ਉਹਨੇ ਮੇਰੀ ਗੱਲ ਸੁਣੀ ਅਣਸੁਣੀ ਕਰ ਦਿੱਤੀ। ਉਹ ਆਪਣੀ ਉਦਾਸ ਜਿਹੀਆਂ ਅੱਖਾਂ ਇੱਧਰ ਉੱਧਰ ਘੁਮਾ ਰਹੀ ਸੀ। ਮੈਂ ਮਾਹੀ ਨੂੰ ਪੁੱਛਿਆ ਕਿ ਇਹਦਾ ਜੁਰਮ ਸਾਬਤ ਹੋ ਗਿਆ ਹੈ। ਮਾਹੀ ਨੇ ਇਸ ਗੱਲ ਵਿੱਚ ਸਿਰ ਹਿਲਾ ਦਿੱਤਾ ਤੇ ਕਹਿਣ ਲੱਗੀ, ਇਸ ਨੂੰ ਪੂਰੇ ਮੁਹੱਲੇ ਨੇ ਰੰਗੇ ਹੱਥੀਂ ਫੜਿਆ ਹੈ। ਮੇਰਾ ਦਿਲ ਦਹਿਲਾ ਗਿਆ ਸੀ। ਫਿਰ ਮੈਂ ਖੁਦ ਨਾਲ ਵਾਅਦਾ ਕੀਤਾ ਸੀ ਕਿ ਮੈਂ ਇਸ ਲੜਕੀ ਨੂੰ ਸਜ਼ਾ ਦਿਵਾ ਕੇ ਹੀ ਰਹਾਂਗੀ। ਮੈਨੂੰ ਆਪਣੇ ਬੇਟੇ ਨਾਲ ਬੇਹਿਸਾਬਾ ਪਿਆਰ ਸੀ। ਜਦੋਂ ਮੈਂ ਦੂਸਰੇ ਦੇ ਬੱਚੇ ਦੀ ਇੱਦਾਂ ਦੀ ਦਰਦਨਾਕ ਮੌਤ ਦੇ ਬਾਰੇ ਸੁਣਿਆ ਤਾਂ ਮੇਰਾ ਦਿਲ ਪਸੀਜ ਗਿਆ ਸੀ। ਵਾਰ-ਵਾਰ ਮੇਰੇ ਬੱਚੇ ਦੀ ਸ਼ਕਲ ਮੇਰੀਆਂ ਅੱਖਾਂ ਦੇ ਸਾਹਮਣੇ ਆ ਰਹੀ ਸੀ। ਖੈਰ, ਮੈਂ ਮਹਿਸੂਸ ਕੀਤਾ ਸੀ ਕਿ ਜੇਲ੍ਹ ਵਿੱਚ ਕੈਦ ਬਾਕੀ ਔਰਤਾਂ ਦਾ ਵੀ ਉਮਾ ਦੇ ਨਾਲ ਰਵੱਈਆ ਚੰਗਾ ਨਹੀਂ ਸੀ। ਸਾਰੀਆਂ ਔਰਤਾਂ ਉਸ ਨੂੰ ਬੁਰਾ ਭਲਾ ਕਹਿੰਦੀਆਂ, ਪਰ ਉਹ ਚੁੱਪਚਾਪ ਰਹਿੰਦੀ। ਮੈਨੂੰ ਲੱਗਿਆ ਕਿ ਉਹ ਜ਼ਿਆਦਾ ਦਿਨ ਤੱਕ ਇਹ ਸਭ ਬਰਦਾਸ਼ਤ ਨਹੀਂ ਕਰ ਪਾਏਗੀ ਅਤੇ ਇੱਕ ਨਾ ਇੱਕ ਦਿਨ ਫੁੱਟ ਪਵੇਗੀ। ਪਰ 2 ਹਫ਼ਤੇ ਬੀਤ ਜਾਣ ਤੋਂ ਬਾਅਦ ਵੀ ਉਸ ਦੇ ਮੂੰਹ 'ਚੋਂ ਇੱਦਾਂ ਦੀ ਕੋਈ ਵੀ ਗੱਲ ਨਹੀਂ ਸੁਣੀ ਸੀ। ਉਹ ਖਾਣਾ ਵੀ ਨਹੀਂ ਖਾਂਦੀ ਸੀ, ਬਸ ਖਾਲੀ ਦੀਵਾਰਾਂ ਨੂੰ ਤੱਕਦੀ ਰਹਿੰਦੀ ਸੀ। ਇੱਕ ਦਿਨ ਉਮਾ ਨੂੰ ਉਸ ਦੇ ਪਤੀ ਮਿਲਣ ਆ ਗਿਆ ਸੀ। ਉਮਾ ਨੇ ਆਪਣੇ ਬੱਚੇ ਦਾ ਬੜੀ ਬੇਰਹਿਮੀ ਨਾਲ ਕਤਲ ਕੀਤਾ ਸੀ। ਇਸ ਵਜ੍ਹਾ ਨਾਲ ਇਹੀ ਖਿਆਲ ਕੀਤਾ ਜਾ ਰਿਹਾ ਸੀ ਕਿ ਹੋ ਸਕਦਾ ਕਿ ਉਮਾ ਦਾ ਪਤੀ ਉਸ ਦੇ ਕੋਲੋਂ ਬਦਲਾ ਲੈਣ ਦੀ ਕੋਸ਼ਿਸ਼ ਕਰੇ। ਇਸ ਕਰਕੇ ਉਹਨਾਂ ਦੋਹਾਂ ਦੀ ਮੁਲਾਕਾਤ ਦੇ ਦੌਰਾਨ ਮੈਨੂੰ ਨਿਗਰਾਨੀ ਦੇ ਲਈ ਖੜਾ ਕਰ ਦਿੱਤਾ ਗਿਆ। ਮੈਂ ਉਮਾ ਦੇ ਪਤੀ ਨੂੰ ਦੇਖਿਆ ਸੀ ਤਾਂ ਹੈਰਾਨ ਰਹਿ ਗਈ। ਉਹ ਇੱਕ ਖੂਬਸੂਰਤ ਨੌਜਵਾਨ ਸੀ। ਸ਼ਕਲ ਤੋਂ ਪੜ੍ਹਿਆ ਲਿਖਿਆ ਤੇ ਸੁਲਝਿਆ ਹੋਇਆ ਲੱਗ ਰਿਹਾ ਸੀ। ਉਹ ਕਹਿਣ ਲੱਗਾ, ਉਮਾ, ਤੂੰ ਸਾਡੇ ਬੱਚੇ ਦੇ ਨਾਲ ਕਿੱਡਾ ਵੱਡਾ ਜ਼ੁਲਮ ਕਰ ਦਿੱਤਾ। ਤੈਨੂੰ ਇੱਦਾਂ ਨਹੀਂ ਕਰਨਾ ਚਾਹੀਦਾ ਸੀ। ਮੈਂ ਮੰਨਦਾ ਹਾਂ ਕਿ ਤੈਨੂੰ ਮੇਰੇ ਨਾਲੋਂ ਨਫ਼ਰਤ ਸੀ, ਪਰ ਤੂੰ ਉਸ ਬੱਚੇ ਦੀ ਜਾਨ ਕਿਉਂ ਲਈ? ਮੇਰੇ ਕੰਨਾਂ ਵਿੱਚ ਉਸ ਦੀਆਂ ਕਿਲਕਾਰੀਆਂ ਗੂੰਜਦੀਆਂ ਰਹਿੰਦੀਆਂ ਹਨ। ਮੈਂ ਤੜਫਦਾ ਰਹਿੰਦਾ। ਇੱਕ ਪਲ ਦੇ ਲਈ ਵੀ ਮੇਰੀਆਂ ਅੱਖਾਂ ਦੇ ਸਾਹਮਣੇ ਉਹ ਅੰਸ਼ ਦਾ ਚਿਹਰਾ ਨਹੀਂ ਹਟਦਾ। ਮੈਨੂੰ ਉਹ ਬਹੁਤ ਯਾਦ ਆਉਂਦਾ ਹੈ। ਉਮਾ ਨੂੰ ਤੂੰ ਇਹ ਸਭ ਕਿਉਂ ਕਰ ਦਿੱਤਾ? ਜੇ ਤੂੰ ਉਸ ਨੂੰ ਨਹੀਂ ਪਾਲਣਾ ਚਾਹੁੰਦੀ ਸੀ, ਉਸ ਦੇ ਕੋਲੋਂ ਜਾਨ ਛਡਾਉਣਾ ਚਾਹੁੰਦੀ ਸੀ, ਤਾਂ ਤੂੰ ਉਸ ਨੂੰ ਮੇਰੇ ਹਵਾਲੇ ਕਰਕੇ ਚਲੀ ਜਾਂਦੀ। ਮੈਂ ਉਫ਼ ਤੱਕ ਨਾ ਕਹਿੰਦਾ। ਪਰ ਤੂੰ ਮੇਰੇ ਬੱਚੇ ਦੀ ਜਾਨ ਕਿਉਂ ਲਈ? ਉਮਾ ਦਾ ਪਤੀ ਫੁੱਟ ਕੇ ਰੋ ਰਿਹਾ ਸੀ, ਜਦ ਕਿ ਉਮਾ ਬਿਲਕੁਲ ਬੁੱਤ ਬਣ ਕੇ ਬੈਠੀ ਹੋਈ ਸੀ। ਇਹ ਮੰਜ਼ਰ ਦੇਖ ਕੇ ਮੇਰਾ ਦਿਲ ਕੰਬ ਰਿਹਾ ਸੀ। ਫਿਰ ਉਸ ਦਾ ਪਤੀ ਬੋਲਿਆ, ਮੈਂ ਜਾਣਦਾ ਹਾਂ ਤੂੰ ਮੁਹੱਲੇ ਦੇ ਰਾਹੁਲ ਨੂੰ ਪਸੰਦ ਕਰਦੀ ਹੋ। ਉਸ ਦੀ ਵਜ੍ਹਾ ਨਾਲ ਹੀ ਤੂੰ ਆਪਣੇ ਬੱਚੇ ਨੂੰ ਮਾਰਿਆ ਤਾਂ ਕਿ ਮੈਂ ਤੈਨੂੰ ਤਲਾਕ ਦੇ ਦੇਵਾਂ ਤੇ ਤੂੰ ਉਸ ਦੇ ਨਾਲ ਵਿਆਹ ਕਰਵਾ ਲਵੇਂ। ਪਰ ਤੈਨੂੰ ਇਹ ਕਿੱਥੇ ਪਤਾ ਸੀ ਕਿ ਉਹ ਤੈਨੂੰ ਫਿਰ ਵੀ ਨਹੀਂ ਮਿਲੇਗਾ। ਤੂੰ ਤਾਂ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਆ ਜਾਏਂਗੀ। ਹੁਣ ਮੈਨੂੰ ਦੱਸੋ, ਮੈਂ ਕੀ ਕਰਾਂ? ਮੈਂ ਕਿੱਥੇ ਜਾਵਾਂ? ਤੂੰ ਤਾਂ ਆਪਣੇ ਇਸ਼ਕ ਦੇ ਅੱਗੇ ਮੇਰਾ ਹੱਸਦਾ ਵਸਦਾ ਘਰ ਉਜਾੜ ਕੇ ਰੱਖ ਦਿੱਤਾ। ਤੂੰ ਮੇਰਾ ਬੱਚਾ ਮਾਰ ਦਿੱਤਾ ਤੇ ਹੁਣ ਤੂੰ ਜੇਲ੍ਹ ਵਿੱਚ ਬੈਠੀ ਆ। ਮੇਰੇ ਕੋਲੋਂ ਤਾਂ ਮੇਰਾ ਬੱਚਾ ਤੇ ਪਤਨੀ ਦੋਨੋਂ ਹੀ ਦੂਰ ਹੋ ਗਏ ਨੇ। ਮੈਂ ਤਾਂ ਇਕੱਲਾ ਰਹਿ ਗਿਆ ਹਾਂ। ਮੇਰਾ ਦਿਲ ਬਹੁਤ ਉਦਾਸ ਰਹਿੰਦਾ। ਉਮਾ ਹੁਣ ਵੀ ਕੋਈ ਕੁਝ ਨਹੀਂ ਬੋਲੀ ਸੀ, ਜਦ ਕਿ ਉਸ ਦਾ ਪਤੀ ਇੱਦਾਂ ਹੀ ਉਦਾਸ ਜਿਹੀਆਂ ਗੱਲਾਂ ਕਰਦਾ ਜਾ ਰਿਹਾ ਸੀ ਅਤੇ ਫਿਰ 1 ਘੰਟੇ ਦੇ ਬਾਅਦ ਉੱਠ ਕੇ ਚਲਾ ਗਿਆ। ਤੇ ਉਦੋਂ ਮੈਂ ਸਾਰੀ ਕਹਾਣੀ ਸਮਝ ਗਈ ਸੀ। ਇੱਕ ਮਾਂ ਦੀਆਂ ਅੱਖਾਂ 'ਤੇ ਮੁਹੱਲੇ ਦੇ ਲੜਕੇ ਦੇ ਇਸ਼ਕ ਦੀ ਪੱਟੀ ਵੱਜ ਗਈ ਸੀ, ਜਿਸ ਦੀ ਵਜ੍ਹਾ ਨਾਲ ਉਸਨੇ ਆਪਣੇ ਬੱਚੇ ਦੀ ਜਾਨ ਲੈ ਲਈ ਸੀ। ਉਸ ਨੂੰ ਆਪਣੇ ਬੱਚੇ ਦੇ ਉੱਪਰ ਜਰਾ ਵੀ ਤਰਸ ਨਾ ਆਇਆ।
ਮੈਨੂੰ ਉਮਾ ਦੇ ਨਾਲ ਨਫ਼ਰਤ ਹੋਣ ਲੱਗ ਪਈ। ਮੈਂ ਸੋਚਿਆ ਜੇਲ੍ਹ ਵਿੱਚ ਜੋ ਕੈਦੀ ਔਰਤਾਂ ਇਸ ਦੇ ਨਾਲ ਸਲੂਕ ਕਰਦੀਆਂ ਹਨ ਉਹ ਸਹੀ ਕਰਦੀਆਂ, ਇਹ ਇਸ ਦੇ ਲਾਇਕ ਹੀ ਆ। ਕਿਉਂਕਿ ਕੀ ਇਸ ਜੇਲ੍ਹ ਵਿੱਚ ਇਜਾਜ਼ਤ ਨਹੀਂ ਹੁੰਦੀ? ਸਾਡੀ ਡਿਊਟੀ ਇਹੀ ਹੁੰਦੀ ਆ ਕਿ ਜੇਲ੍ਹ ਵਿੱਚ ਜੇਕਰ ਇਸ ਤਰ੍ਹਾਂ ਦੀ ਬਦਸਲੂਕੀ ਹੋਵੇ ਤਾਂ ਉਸ ਨੂੰ ਰੋਕਿਆ ਜਾਵੇ, ਕੈਦੀਆਂ ਨੂੰ ਆਪਸ ਵਿੱਚ ਲੜਨ ਨਾ ਦਿੱਤਾ ਜਾਵੇ। ਪਰ ਹੁਣ ਉਮਾ ਦੇ ਮਾਮਲੇ ਵਿੱਚ ਮੈਂ ਬਿਲਕੁਲ ਸ਼ਾਂਤ ਹੋ ਗਈ ਸੀ। 2-3 ਵਾਰ ਮੇਰੇ ਸਾਹਮਣੇ ਹੀ ਉਮਾ ਦੇ ਨਾਲ ਕੈਦੀ ਔਰਤਾਂ ਲੜਨ ਲੱਗ ਪਈਆਂ, ਪਰ ਮੈਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਨਾ ਕੀਤੀ। ਦਰਅਸਲ ਇਹ ਸਭ ਦੇਖ ਕੇ ਮੈਨੂੰ ਸਕੂਨ ਮਿਲਿਆ ਸੀ। ਖੈਰ ਕਾਫੀ ਦਿਨ ਗੁਜ਼ਰ ਗਏ ਸੀ। ਉਮਾ ਹਜੇ ਵੀ ਬਿਲਕੁਲ ਹੀ ਚੁੱਪਚਾਪ ਰਹਿੰਦੀ ਸੀ। ਇੱਕ ਦਿਨ ਉਮਾ ਦੀ ਮੁਲਾਕਾਤ ਆਈ ਸੀ। ਮੈਂ ਬਹੁਤ ਹੈਰਾਨ ਹੋਈ ਕਿ ਹੁਣ ਇਸ ਨੂੰ ਮਿਲਣ ਕੌਣ ਆ ਗਿਆ, ਕਿਉਂਕਿ ਉਸ ਨੂੰ ਜੇਲ੍ਹ ਵਿੱਚ 1 ਮਹੀਨਾ ਹੋ ਗਿਆ ਸੀ। ਸਿਰਫ ਇੱਕ ਵਾਰ ਉਸ ਦਾ ਪਤੀ ਆਇਆ ਸੀ, ਉਸ ਤੋਂ ਬਾਅਦ ਕੋਈ ਵੀ ਉਸ ਨੂੰ ਮਿਲਣ ਨਹੀਂ ਆਇਆ ਸੀ। ਤਾਂ ਮੈਨੂੰ ਪਤਾ ਲੱਗਾ ਕਿ ਅੱਜ ਉਮਾ ਦੀ ਮਾਂ ਉਸ ਨੂੰ ਮਿਲਣ ਆਈ ਆ। ਮੈਂ ਇਹ ਸੋਚਣ ਲੱਗ ਪਈ ਕਿ ਅੱਜ ਤੋਂ ਪਹਿਲਾਂ ਇਸ ਦੀ ਮਾਂ ਕਿੱਥੇ ਸੀ, ਉਹ ਆਪਣੀ ਬੇਟੀ ਨੂੰ ਮਿਲਣ ਕਿਉਂ ਨਹੀਂ ਆਈ। ਖੈਰ ਉਮਾ ਦੀ ਮਾਂ ਆਪਣੀ ਬੇਟੀ ਨਾਲ ਮੁਲਾਕਾਤ ਕਰਕੇ ਵਾਪਸ ਜਾਣ ਲੱਗੀ ਤਾਂ ਮੈਨੂੰ ਦੇਖ ਕੇ ਰੁਕ ਗਈ ਤੇ ਕਹਿਣ ਲੱਗੀ, ਮੇਰੀ ਬੇਟੀ ਦਾ ਖਿਆਲ ਰੱਖਿਆ ਕਰੋ, ਉਹ ਬਹੁਤ ਮਾਸੂਮ ਆ, ਉਸ ਦੇ ਨਾਲ ਬਹੁਤ ਜ਼ਿਆਦਤੀ ਹੋਈ ਆ। ਹੁਣ ਜੇਲ੍ਹ ਵਿੱਚ ਕੈਦੀ ਔਰਤਾਂ ਵੀ ਉਸ ਨੂੰ ਮਾਰਦੀਆਂ ਹਨ, ਉਹ ਵਿਚਾਰੀ ਦੀ ਤਾਂ ਕੋਈ ਜ਼ਿੰਦਗੀ ਹੀ ਨਹੀਂ ਰਹੀ। ਤੂੰ ਮੇਰੀ ਬੱਚੀ ਦੀ ਹਿਫਾਜ਼ਤ ਕਰਕੇ ਉਸ ਦੀਆਂ ਦੁਆਵਾਂ ਲਿਆ ਕਰ। ਮੈਂ ਮੱਥੇ ਤੇ ਬਲ ਪਾ ਕੇ ਬੋਲੀ, ਜੇ ਤੇਰੀ ਬੱਚੀ ਇੰਨੀ ਹੀ ਮਾਸੂਮ ਹੁੰਦੀ ਤਾਂ ਆਪਣੇ ਬੇਟੇ ਨੂੰ ਨਾ ਮਾਰਦੀ, ਆਪਣੇ ਆਸ਼ਕ ਦੇ ਪਿੱਛੇ ਲੱਗ ਕੇ। ਇਹ ਗੱਲ ਸੁਣ ਕੇ ਉਮਾ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ। ਉਹ ਕਹਿਣ ਲੱਗੀ, ਇੰਨਾ ਵੱਡਾ ਇਲਜ਼ਾਮ, ਉਹ ਵੀ ਮੇਰੀ ਬੇਟੀ ਤੇ? ਉਸ ਦਾ ਕੋਈ ਆਸ਼ਕ ਨਹੀਂ ਆ, ਉਹਦੇ ਪਤੀ ਨੇ ਹੀ ਉਸ ਦੇ ਬੇਟੇ ਨੂੰ ਮਾਰਿਆ। ਮੈਂ ਨਾਂਹ ਵਿੱਚ ਸਿਰ ਹਿਲਾ ਦਿੱਤਾ ਤੇ ਕਿਹਾ, ਇੰਨੀ ਪਹਿਚਾਣ ਤਾਂ ਮੈਨੂੰ ਇਸ ਇਨਸਾਨ ਦੀ ਹੈਗੀ ਆ, ਉਸ ਦੇ ਪਤੀ ਨੇ ਆਪਣੇ ਬੇਟੇ ਨੂੰ ਨਹੀਂ ਮਾਰਿਆ, ਇਹੀ ਔਰਤ ਕਸੂਰਵਾਰ ਆ। ਤਾਂ ਉਮਾ ਦੀ ਮਾਂ ਕਹਿਣ ਲੱਗੀ, ਮੈਂ ਆਪਣੀ ਬੇਟੀ ਦੇ ਲਈ ਅਦਾਲਤ ਜਾਵਾਂਗੀ ਤੇ ਉਹ ਬਾਇੱਜ਼ਤ ਬਰੀ ਹੋ ਜਾਵੇਗੀ। ਮੈਨੂੰ ਉਮੀਦ ਹੈ ਕਿ ਅਦਾਲਤ ਦੇ ਵੱਲੋਂ ਉਸ ਨੂੰ ਇਨਸਾਫ ਮਿਲ ਜਾਵੇਗਾ। ਫਿਰ ਮੈਨੂੰ ਦੱਸੋ ਤੂੰ ਕੀ ਕਰੇਂਗੀ? ਮੇਰੀ ਮਾਸੂਮ ਬੱਚੀ ਜਦੋਂ ਤੱਕ ਇੱਥੇ ਹੈ ਉਸ ਦੀ ਹਿਫਾਜ਼ਤ ਕਰ ਲਓ, ਮੈਂ ਤੈਨੂੰ ਝੋਲੀਆਂ ਭਰ ਭਰ ਕੇ ਦੁਆਵਾਂ ਦੇਵਾਂਗੀ। ਮੈਂ ਕਿਹਾ ਕਿ ਮਾਤਾ ਜੀ, ਆਪਣੀ ਬੇਟੀ ਨੂੰ ਛਡਾਉਣ ਦੀ ਕੋਸ਼ਿਸ਼ ਨਾ ਕਰੋ, ਇਹ ਬਰੀ ਹੋ ਗਈ ਤਾਂ ਯਕੀਨਨ ਤੁਸੀਂ ਇਸ ਦਾ ਵਿਆਹ ਅੱਗੇ ਕਰ ਦੇਵੋਗੇ ਤੇ ਉੱਥੇ ਬੱਚੇ ਪੈਦਾ ਹੋਣਗੇ ਤਾਂ ਇਹ ਉਹਨਾਂ ਨੂੰ ਵੀ ਮਾਰ ਦੇਵੇਗੀ। ਸਾਰਾ ਗੁਨਾਹ ਤੁਹਾਡੇ ਸਿਰ ਹੀ ਚੜ੍ਹੇਗਾ। ਮੈਨੂੰ ਦੱਸੋ, ਜਦੋਂ ਰੱਬ ਅਗਲੀਆਂ ਦੁਨੀਆ ਵਿੱਚ ਇਸ ਦਾ ਹਿਸਾਬ ਕਿਤਾਬ ਮੰਗੇਗਾ ਤਾਂ ਕੀ ਜਵਾਬ ਦਿਓਗੇ? ਉਮਾ ਦੀ ਮਾਂ ਮੇਰੇ ਵੱਲ ਸ਼ਿਕਵਾ ਭਰੀਆਂ ਨਜ਼ਰਾਂ ਨਾਲ ਦੇਖਣ ਲੱਗ ਪਈ ਤੇ ਬੋਲੀ, ਤੂੰ ਰੱਬ ਨਹੀਂ ਹੋ, ਇੱਕ ਲੇਡੀ ਕਾਂਸਟੇਬਲ ਹੋ, ਬਸ ਆਪਣੀ ਡਿਊਟੀ ਹੀ ਇਮਾਨਦਾਰੀ ਨਾਲ ਕਰੋ। ਤੂੰ ਆਪਣੀ ਜਾਤ ਦੁਸ਼ਮਣ ਦੇ ਤਹਿਤ ਕਿਉਂ ਕਿਸੇ ਦੇ ਨਾਲ ਬੁਰਾ ਵਰਤਾਵ ਕਰ ਰਹੀ ਆ? ਇੰਨਾ ਕਹਿ ਕੇ ਉਹ ਚਲੀ ਗਈ, ਜਦ ਕਿ ਮੈਨੂੰ ਗਹਿਰੀ ਸੋਚ ਵਿੱਚ ਪਾ ਗਈ। ਉਸ ਦੀ ਗੱਲ ਵੀ ਤਾਂ ਸੱਚ ਸੀ, ਮੈਂ ਆਪਣੀ ਡਿਊਟੀ ਇਮਾਨਦਾਰ ਨਾਲ ਕਰਨੀ ਚਾਹੀਦੀ ਸੀ। ਮੈਨੂੰ ਕਿਸੇ ਕੈਦੀ ਨਾਲ ਕੋਈ ਭੇਦਭਾਵ ਨਹੀਂ ਕਰਨਾ ਚਾਹੀਦਾ ਸੀ ਤੇ ਜੇਕਰ ਉਸ ਦੀ ਮਾਂ ਸੱਚ ਕਹਿ ਰਹੀ ਹੋਵੇਗੀ ਤਾਂ ਮੈਂ ਕੀ ਕਰਾਂਗੀ? ਮੇਰੇ ਦਿਲ ਵਿੱਚ ਉਮਾ ਦੇ ਲਈ ਹਮਦਰਦੀ ਪੈਦਾ ਹੋ ਗਈ ਸੀ। ਕੀ ਪੜਾ ਉਮਾ ਸੱਚ ਵਿੱਚ ਬੇਕਸੂਰ ਹੋਵੇ? ਹੁਣ ਜਦੋਂ ਕੋਈ ਕੈਦੀ ਔਰਤ ਉਮਾ ਦੇ ਨਾਲ ਲੜਾਈ ਝਗੜਾ ਕਰਨ ਦੀ ਕੋਸ਼ਿਸ਼ ਕਰਦੀ ਤਾਂ ਮੈਂ ਰੋਕ ਲੈਂਦੀ ਤੇ ਇਹੀ ਕਹਿੰਦੀ ਕਿ ਇਸ ਦੇ ਨਾਲ ਇਦਾਂ ਦਾ ਸਲੂਕ ਨਾ ਕਰੋ। ਹੁਣ ਉਸ ਦੇ ਉੱਪਰ ਕੋਈ ਹੱਥ ਵੀ ਨਹੀਂ ਸੀ ਚੁੱਕਦਾ। ਮੈਂ ਦੇਖਿਆ ਸੀ ਕਿ ਉਮਾ ਹਰ ਵਕਤ ਉਦਾਸ ਅਤੇ ਪਰੇਸ਼ਾਨ ਰਹਿੰਦੀ ਸੀ। ਸ਼ਾਇਦ ਉਸ ਨੂੰ ਆਪਣੇ ਬੱਚੇ ਦੀ ਜਾਨ ਲੈਣ ਦਾ ਪਛਤਾਵਾ ਹੋ ਰਿਹਾ ਸੀ। ਫਿਰ ਕੁਝ ਦਿਨ ਹੋਰ ਬੀਤੇ ਤਾਂ ਇੱਕ ਲੜਕਾ ਉਮਾ ਨੂੰ ਮਿਲਣ ਆਇਆ ਸੀ। ਮੈਂ ਪੁੱਛਿਆ ਕਿ ਤੇਰਾ ਨਾਮ ਕੀ ਆ? ਉਹ ਕਹਿਣ ਲੱਗਾ, ਮੇਰਾ ਨਾਮ ਰਾਹੁਲ ਹੈ। ਉਸ ਦਾ ਨਾਮ ਸੁਣ ਕੇ ਤਾਂ ਮੇਰੇ ਕੰਨ ਖੜੇ ਹੋ ਗਏ ਸੀ। ਯਕੀਨਨ ਇਹ ਉਮਾ ਦਾ ਆਸ਼ਿਕ ਸੀ। ਮੈਂ ਉਹਨਾਂ ਦੋਹਾਂ ਦੀ ਮੁਲਾਕਾਤ ਕਰਵਾ ਦਿੱਤੀ ਸੀ ਅਤੇ ਇਸ ਵਾਰ ਵੀ ਮੈਂ ਕੋਲ ਹੀ ਖੜੀ ਸੀ। ਮੈਂ ਜਾਣਨਾ ਚਾਹੁੰਦੀ ਸੀ ਕਿ ਆਖਰ ਇਹ ਕੀ ਗੱਲ ਕਰਦੇ ਆ। ਇਸ ਕਰਕੇ ਮੈਂ ਜਾਣ-ਬੁੱਝ ਕੇ ਉਹਨਾਂ ਦੇ ਆਲੇ ਦੁਆਲੇ ਹੀ ਚੱਕਰ ਲਗਾਉਂਦੀ ਰਹਿੰਦੀ। ਰਾਹੁਲ ਵਾਰ-ਵਾਰ ਇਹੀ ਕਹਿ ਰਿਹਾ ਸੀ ਕਿ ਉਮਾ, ਤੂੰ ਆਪਣੇ ਬੱਚੇ ਦੀ ਜਾਨ ਲੈ ਕੇ ਚੰਗਾ ਨਹੀਂ ਕੀਤਾ। ਤੂੰ ਮੈਨੂੰ ਪਸੰਦ ਕਰਦੀ ਸੀ ਤਾਂ ਠੀਕ ਸੀ, ਮੈਨੂੰ ਵੀ ਤੂੰ ਚੰਗੀ ਲੱਗਦੀ ਸੀ, ਪਰ ਇਸ ਦਾ ਇਹ ਮਤਲਬ ਤਾਂ ਨਹੀਂ ਸੀ ਕਿ ਤੂੰ ਆਪਣੇ ਬੱਚੇ ਦੀ ਹੀ ਜਾਨ ਲੈ ਲਵੇਂ। ਤੂੰ ਆਪਣੇ ਪਤੀ ਤੋਂ ਤਲਾਕ ਵੀ ਤਾਂ ਲੈ ਸਕਦੀ ਸੀ, ਪਰ ਹੁਣ ਜੇ ਤੂੰ ਜੇਲ੍ਹ ਵਿੱਚੋਂ ਛੁੱਟ ਵੀ ਗਈ ਤਾਂ ਮੈਂ ਤੈਨੂੰ ਅਪਣਾਵਾਂਗਾ ਨਹੀਂ। ਇਹ ਕਹਿ ਕੇ ਰਾਹੁਲ ਚੱਲ ਗਿਆ ਤੇ ਉਮਾ ਬੁੱਤ ਬਣ ਕੇ ਬਸ ਦੀਵਾਰਾਂ ਨੂੰ ਹੀ ਦੇਖਦੀ ਰਹੀ। ਉਦੋਂ ਮੈਂ ਅੱਗੇ ਵਧੀ ਤੇ ਕਿਹਾ, ਦੇਖ ਲਿਆ, ਇਹ ਦੁਨੀਆ ਦੇ ਰਿਸ਼ਤੇ ਇਦਾਂ ਦੇ ਹੀ ਹੁੰਦੇ ਨੇ, ਕੋਈ ਕਿਸੇ ਦਾ ਨਹੀਂ ਹੁੰਦਾ। ਤੂੰ ਬਿਨਾਂ ਵਜ੍ਹਾ ਤੋਂ ਆਪਣੇ ਬੇਟੇ ਦੀ ਜਾਨ ਲੈ ਲਈ। ਉਹ ਬਸ ਮੈਨੂੰ ਦੇਖਦੀ ਹੀ ਰਹਿ ਗਈ ਸੀ। ਉਸਨੇ ਅੱਜ ਵੀ ਮੈਨੂੰ ਕੁਝ ਨਹੀਂ ਕਿਹਾ ਸੀ।
ਹੁਣ ਮੈਂ ਉਮਾ ਵਾਲੀ ਸਾਈਡ ਦੀ ਕਹਾਣੀ ਜਾਣਨਾ ਚਾਹੁੰਦੀ ਸੀ। ਹੁਣ ਮੈਨੂੰ ਉਤਸੁਕਤਾ ਹੋ ਰਹੀ ਸੀ ਕਿ ਆਖਰ ਉਮਾ ਤੋਂ ਪੁੱਛਾਂ ਕਿ ਉਸਦੇ ਦਿਲ ਵਿੱਚ ਕੀ ਆਇਆ ਸੀ ਜੋ ਉਸਨੇ ਆਪਣੇ ਹੀ ਬੱਚੇ ਦੀ ਜਾਨ ਲੈ ਲਈ। ਰਾਹੁਲ ਦੀ ਮੁਹੱਬਤ ਕੀ ਮਮਤਾ ਤੋਂ ਵੱਡੀ ਹੋ ਗਈ ਸੀ। ਮੈਂ ਤਾਂ ਆਪਣੇ ਬੇਟੇ ਦੇ ਬਗੈਰ ਰਹਿ ਵੀ ਨਹੀਂ ਸਕਦੀ ਸੀ। ਅਤੇ ਫਿਰ ਇਸ ਦੇ ਅੰਦਰ ਇੰਨਾ ਹੌਸਲਾ ਕਿੱਥੋਂ ਆ ਗਿਆ ਸੀ ਉਮਾ ਦੀ ਕਹਾਣੀ ਜਾਣਨ ਦੇ ਲਈ। ਜ਼ਰੂਰੀ ਸੀ ਕਿ ਮੈਂ ਉਸਦੇ ਨਾਲ ਦੋਸਤੀ ਕਰ ਲੈਂਦੀ। ਇਸੇ ਕਰਕੇ ਹੁਣ ਮੈਂ ਉਸਦੇ ਉੱਪਰ ਗੁੱਸਾ ਨਾ ਕਰਦੀ ਤੇ ਉਸਨੂੰ ਕਹਿੰਦੀ ਰਹਿੰਦੀ ਖਾਣਾ ਖਾ ਲਓ, ਕਿਉਂਕਿ ਉਹ ਖਾਣਾ ਸਿਰਫ ਜਿੰਦਾ ਰਹਿਣ ਦੇ ਲਈ ਹੀ ਖਾ ਰਹੀ ਸੀ। ਉਹ ਤਾਂ ਹੱਡੀਆਂ ਦਾ ਢਾਂਚਾ ਬਣ ਗਈ ਸੀ। ਦਿਨ ਭਰ ਵਿੱਚ 4-5 ਨਿਵਾਲਿਆਂ ਤੋਂ ਜ਼ਿਆਦਾ ਉਹ ਕੁਝ ਵੀ ਨਹੀਂ ਖਾਂਦੀ ਸੀ। ਮੈਂ ਉਸਨੂੰ ਕਹਿੰਦੀ ਹੁੰਦੀ ਸੀ ਕਿ ਜੇਕਰ ਤੂੰ ਬੇਕਸੂਰ ਹੋਈ ਵੀ ਤਾਂ ਵੀ ਤੂੰ ਇਸ ਤਰ੍ਹਾਂ ਜੇਲ੍ਹ ਦੇ ਵਿੱਚ ਹੀ ਮਰ ਜਾਏਂਗੀ। ਦੁਨੀਆ ਵਾਲਿਆਂ ਨੂੰ ਤੂੰ ਇਹ ਨਹੀਂ ਦੱਸ ਸਕੇਂਗੀ ਕਿ ਤੂੰ ਬੇਕਸੂਰ ਆ। ਉਹ ਇਹ ਸਭ ਸੁਣਦੀ ਰਹਿੰਦੀ ਤੇ ਇੱਕ ਦਿਨ ਉਸਦਾ ਸਬਰ ਟੁੱਟ ਗਿਆ ਸੀ। ਕਹਿਣ ਲੱਗੀ ਮੈਂ ਜਿੰਦਾ ਨਹੀਂ ਰਹਿਣਾ ਚਾਹੁੰਦੀ। ਮੈਂ ਲਾਹਨਤ ਦਿੰਦੀ ਹਾਂ ਇਸ ਤਰ੍ਹਾਂ ਦੀ ਜ਼ਿੰਦਗੀ ਤੇ। ਮੈਂ ਮਰ ਜਾਣਾ ਚਾਹੁੰਦੀ ਹਾਂ। ਮੈਨੂੰ ਇਹ ਦੁਨੀਆ ਹੀ ਨਹੀਂ ਚੰਗੀ ਲੱਗਦੀ। ਹੁਣ ਮੈਨੂੰ ਅਹਿਸਾਸ ਹੋ ਗਿਆ ਸੀ ਕਿ ਉਵਾਂ ਦੇ ਚੁੱਪ ਰਹਿਣ ਦੇ ਪਿੱਛੇ ਇਹੀ ਵਜ੍ਹਾ ਸੀ ਕਿ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਚੁੱਕੀ ਸੀ। ਜ਼ਾਹਿਰ ਜਿਹੀ ਗੱਲ ਹੈ, ਇਨਸਾਨ ਵਕਤੀ ਮੁਹੱਬਤ ਦੇ ਵਿੱਚ ਫਸ ਕੇ ਜੇਕਰ ਆਪਣੇ ਬੱਚੇ ਨੂੰ ਨੁਕਸਾਨ ਵੀ ਪਹੁੰਚਾ ਦੇਵੇ ਤੇ ਉਸ ਦੇ ਬਾਅਦ ਇਹ ਸਭ ਸੋਚ ਕੇ ਹੀ ਪਾਗਲ ਹੋ ਜਾਵੇ ਕਿ ਉਸਨੇ ਆਪਣੇ ਬੱਚੇ ਦੀ ਜਾਨ ਲੈ ਲਈ ਆ। ਪਰ ਹੁਣ ਉਹ ਉਸਨੂੰ ਯਾਦ ਕਰਦੀ ਸੀ। ਉਸਨੂੰ ਆਪਣੇ ਬੱਚੇ ਨੂੰ ਮਾਰਨ ਦਾ ਸਦਮਾ ਲੱਗ ਗਿਆ ਸੀ। ਹੁਣ ਉਹ ਵੀ ਮਰ ਜਾਣਾ ਚਾਹੁੰਦੀ ਸੀ। ਉਹ ਜਿੰਦਾ ਨਹੀਂ ਰਹਿਣਾ ਚਾਹੁੰਦੀ ਸੀ। ਉਸਦੀ ਮਾਂ ਨੇ ਕਿਹਾ ਸੀ ਕਿ ਉਹ ਅਦਾਲਤ ਵਿੱਚ ਤੇਰਾ ਕੇਸ ਲੈ ਕੇ ਜਾਵੇਗੀ। ਪਰ ਉਮਾ ਨੇ ਆਪਣੀ ਮਾਂ ਨੂੰ ਆਪਣੇ ਸਿਰ ਦੀ ਕਸਮ ਦੇ ਦਿੱਤੀ ਸੀ ਤੇ ਕਿਹਾ ਸੀ ਤੁਸੀਂ ਮੈਨੂੰ ਸਜ਼ਾ ਕੱਟ ਲੈਣ ਦਿਓ, ਮੈਂ ਬਰੀ ਨਹੀਂ ਹੋਣਾ ਚਾਹੁੰਦੀ। ਪਰ ਫਿਰ ਵੀ ਉਸਦੀ ਮਾਂ ਨੇ ਅਦਾਲਤ ਵਿੱਚ ਉਸਦੇ ਲਈ ਕੇਸ ਫਾਈਲ ਕਰ ਦਿੱਤਾ ਸੀ। ਹੁਣ ਅਦਾਲਤ ਵਿੱਚ ਪੇਸ਼ੀਆਂ ਹੋਣ ਲੱਗ ਪਈਆਂ ਸੀ। ਪਹਿਲੀ ਪੇਸ਼ੀ ਤੇ ਮੈਂ ਉਸਦੇ ਨਾਲ ਨਹੀਂ ਗਈ ਸੀ ਕਿਉਂਕਿ ਦੂਸਰੀ ਲੇਡੀ ਕਾਂਸਟੇਬਲ ਚੱਲ ਗਈ ਸੀ। ਜਦੋਂ ਉਮਾ ਵਾਪਸ ਆਈ ਤਾਂ ਮੈਂ ਉਸਨੂੰ ਪੁੱਛਿਆ ਕਿ ਤੂੰ ਜੱਜ ਨੂੰ ਕੀ ਕਿਹਾ। ਤਾਂ ਉਮਾ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਬੋਲੀ ਮੈਂ ਅਦਾਲਤ ਵਿੱਚ ਆਪਣਾ ਜੁਰਮ ਕਬੂਲ ਕਰ ਲਿਆ ਹੈ ਅਤੇ ਉਹਨਾਂ ਨੂੰ ਕਿਹਾ ਹੈ ਕਿ ਮੇਰੀ ਸਜ਼ਾ ਫਾਂਸੀ ਤੋਂ ਘੱਟ ਨਹੀਂ ਹੋਣੀ ਚਾਹੀਦੀ। ਉਸ ਦੀ ਗੱਲ ਸੁਣ ਕੇ ਮੈਂ ਇੱਕਦਮ ਚੌਂਕ ਗਈ। ਮੈਂ ਕਿਹਾ ਇਸ ਦੇ ਪਿੱਛੇ ਕੀ ਵਜ੍ਹਾ। ਤਾਂ ਉਹ ਕਹਿਣ ਲੱਗੀ ਜਦੋਂ ਮੇਰਾ ਅੰਸ਼ ਹੀ ਇਸ ਦੁਨੀਆ ਵਿੱਚ ਨਹੀਂ ਰਿਹਾ ਮੈਂ ਜੀ ਕੇ ਕੀ ਕਰਾਂਗੀ। ਫਿਰ ਮੈਂ ਕਿਹਾ ਤੂੰ ਅੰਸ਼ ਦਾ ਕਤਲ ਕਿਉਂ ਕੀਤਾ, ਤੂੰ ਉਸਨੂੰ ਨਾ ਮਾਰਦੀ। ਉਮਾ ਕਹਿਣ ਲੱਗੀ ਹਾਂ ਮੈਨੂੰ ਅੰਸ਼ ਨੂੰ ਨਹੀਂ ਮਾਰਨਾ ਚਾਹੀਦਾ ਸੀ। ਮੇਰੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਹੈ। ਉਹ ਇੱਦਾਂ ਦੀਆਂ ਹੀ ਗੱਲਾਂ ਕਰਦੀ ਰਹਿੰਦੀ ਸੀ। ਹੁਣ ਉਹ ਖੁੱਲ੍ਹ ਕੇ ਆਪਣੇ ਦੁੱਖ ਦਾ ਇਜ਼ਹਾਰ ਕਰਨ ਲੱਗ ਪਈ ਸੀ। ਮੇਰੇ ਨਾਲ ਵੀ ਗੱਲ ਕਰ ਲੈਂਦੀ ਸੀ। ਮੈਨੂੰ ਇੱਕ ਦਿਨ ਕਹਿਣ ਲੱਗੀ ਮੇਰਾ ਅੰਸ਼ ਹੁਣ ਵੱਡਾ ਹੋ ਗਿਆ ਸੀ, ਮੈਨੂੰ ਪਹਿਚਾਨਣ ਲੱਗ ਗਿਆ ਸੀ। ਹੁਣ ਮੇਰੇ ਵੱਲ ਵੇਖ ਕੇ ਹੱਸਦਾ ਹੁੰਦਾ ਸੀ ਤੇ ਮੈਨੂੰ ਹੱਥਾਂ ਨਾਲ ਇਸ਼ਾਰੇ ਕਰਕੇ ਆਪਣੇ ਕੋਲ ਬੁਲਾਉਂਦਾ ਸੀ। ਜਦੋਂ ਮੈਂ ਕੰਮ ਕਰਕੇ ਵਾਪਸ ਉਸਦੇ ਕੋਲ ਜਾਂਦੀ ਤਾਂ ਉਹ ਮੇਰੇ ਵੱਲ ਵੇਖ ਕੇ ਮਚਲ ਜਾਂਦਾ ਸੀ ਤੇ ਇਸ਼ਾਰਿਆਂ ਨਾਲ ਕਹਿੰਦਾ ਸੀ ਕਿ ਮੈਨੂੰ ਚੁੱਕ ਲਓ। ਪਰ ਮੇਰੀ ਮਜਬੂਰੀ ਸੀ ਕਿ ਮੈਂ ਉਸਨੂੰ ਚੁੱਕ ਨਹੀਂ ਸਕਦੀ ਸੀ। ਮੈਂ ਉਸਦੀ ਗੱਲ ਸੁਣ ਕੇ ਚੌਂਕ ਗਈ ਸੀ ਤੇ ਪੁੱਛਿਆ ਕਿ ਤੇਰੀ ਕੀ ਮਜਬੂਰੀ ਸੀ, ਤੂੰ ਆਪਣੇ ਬੱਚੇ ਨੂੰ ਹੀ ਨਾ ਚੁੱਕ ਪਾਉਂਦੀ। ਤਾਂ ਮੈਂ ਉਮਾ ਦਾ ਚਿਹਰਾ ਉਦਾਸ ਹੁੰਦਾ ਦੇਖਿਆ ਸੀ। ਉਸਦੇ ਜਲਦੀ ਨਾਲ ਆਪਣੇ ਅੱਥਰੂ ਸਾਫ਼ ਕੀਤੇ ਤੇ ਲੇਟ ਗਈ ਤੇ ਕਹਿਣ ਲੱਗੀ ਮੈਨੂੰ ਨੀਂਦ ਆ ਰਹੀ ਆ, ਤੂੰ ਜਾ ਇੱਥੋਂ। ਹੁਣ ਮੈਨੂੰ ਲੱਗਣ ਲੱਗ ਪਿਆ ਕਿ ਉਮਾ ਕਤਲ ਕਰਨ ਤੋਂ ਪਹਿਲਾਂ ਵੀ ਆਪਣੇ ਬੱਚੇ ਤੇ ਜ਼ੁਲਮ ਕਰਦੀ ਹੋਵੇਗੀ। ਮਤਲਬ ਉਸਨੂੰ ਚੁੱਕਦੀ ਨਹੀਂ ਸੀ ਤੇ ਹੋ ਸਕਦਾ ਹੈ ਕਿ ਉਸਨੂੰ ਦੁੱਧ ਦੇ ਲਈ ਵੀ ਤਰਸਾਉਂਦੀ ਹੋਵੇ। ਖੈਰ ਮੈਨੂੰ ਦਿਨ ਬ ਦਿਨ ਉਮਾ ਨਾਲ ਨਫ਼ਰਤ ਹੁੰਦੀ ਜਾ ਰਹੀ ਸੀ। ਪਰ ਮੈਂ ਫਿਰ ਵੀ ਉਸਦੇ ਨਾਲ ਚੰਗੀ ਤਰ੍ਹਾਂ ਪੇਸ਼ ਆਉਂਦੀ ਸੀ ਕਿਉਂਕਿ ਮੈਂ ਉਸਦਾ ਰਾਜ਼ ਜਾਣਨਾ ਚਾਹੁੰਦੀ ਸੀ ਕਿ ਫਿਰ ਇਹ ਵੀ ਤਾਂ ਸੀ ਕਿ ਮੈਂ ਆਪਣੀ ਡਿਊਟੀ ਵੀ ਕਰਨੀ ਸੀ। ਜੁਰਮ ਕਬੂਲ ਕਰਨ ਤੋਂ ਬਾਅਦ ਇਹ ਕੇਸ ਅਦਾਲਤ ਤੋਂ ਖਾਰਿਜ ਕਰ ਦਿੱਤਾ ਗਿਆ ਤੇ ਉਮਾ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ। ਜਿਸ ਦਿਨ ਉਮਾ ਨੂੰ ਮੌਤ ਦੀ ਸਜ਼ਾ ਹੋਈ ਉਹ ਬਹੁਤ ਖੁਸ਼ ਸੀ। ਮੈਂ ਉਸਦੀ ਖੁਸ਼ੀ ਦੀ ਵਜ੍ਹਾ ਪੁੱਛੀ ਤਾਂ ਉਹ ਕਹਿਣ ਲੱਗੀ ਹੁਣ ਮੈਂ ਆਪਣੇ ਬੇਟੇ ਦੇ ਕੋਲ ਚਲੀ ਜਾਵਾਂਗੀ ਤੇ ਹਮੇਸ਼ਾ ਉਸਦੇ ਨਾਲ ਰਹਾਂਗੀ। ਮੈਂ ਉਸਦੇ ਖੂਬ ਲਾਡ ਨਖਰੇ ਚੁੱਕਿਆ ਕਰਾਂਗੀ। ਮੈਂ ਕਿਹਾ ਕਿ ਇਸ ਦੁਨੀਆ ਵਿੱਚ ਤੈਨੂੰ ਰਾਹੁਲ ਦੀ ਮੁਹੱਬਤ ਨੇ ਇਸ ਕਦਰ ਅੰਨਾ ਕਰ ਦਿੱਤਾ ਸੀ ਕਿ ਤੂੰ ਆਪਣੇ ਬੱਚੇ ਦਾ ਖਿਆਲ ਨਹੀਂ ਰੱਖ ਪਾਈ। ਤੈਨੂੰ ਕੀ ਲੱਗਦਾ ਹੈ ਕਿ ਮਰਨ ਤੋਂ ਬਾਅਦ ਰੱਬ ਤੈਨੂੰ ਤੇਰੇ ਬੱਚੇ ਦੇ ਨਾਲ ਮਿਲਾ ਦੇਵੇਗਾ। ਉਹ ਕਹਿਣ ਲੱਗੀ ਮੈਨੂੰ ਨਹੀਂ ਪਤਾ ਅੱਗੇ ਮੇਰੇ ਨਾਲ ਕੀ ਹੋਣਾ ਹੈ, ਪਰ ਮੇਰੀ ਇਹੀ ਦੁਆ ਕਿ ਅਗਲੇ ਜਹਾਨ ਵਿੱਚ ਮੈਂ ਤੇ ਮੇਰਾ ਬੇਟਾ ਮਿਲ ਜਾਈਏ। ਖੈਰ ਜਦੋਂ ਹਾਈ ਕੋਰਟ ਨੇ ਉਮਾ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਤਾਂ ਉਸਦੀ ਮਾਂ ਨੇ ਸੁਪਰੀਮ ਕੋਰਟ ਵਿੱਚ ਉਸਦਾ ਕੇਸ ਲਗਾ ਦਿੱਤਾ ਤੇ ਇਸ ਗੱਲ ਤੇ ਉਮਾ ਅੱਗ ਬਬੂਲਾ ਹੋ ਗਈ।
ਅਤੇ ਜਦੋਂ ਉਸਦੀ ਮਾਂ ਉਸਨੂੰ ਮਿਲਣ ਆਈ ਤਾਂ ਉਹ ਆਪਣੀ ਮਾਂ ਨਾਲ ਲੜਦੀ ਝਗੜਦੀ ਰਹੀ। ਕਹਿਣ ਲੱਗੀ, ਤੁਸੀਂ ਇਦਾਂ ਕਿਉਂ ਕੀਤਾ? ਤੁਸੀਂ ਮੇਰੇ ਵਾਸਤੇ ਅਦਾਲਤ ਦਾ ਦਰਵਾਜ਼ਾ ਕਿਉਂ ਖੜਕਾਇਆ? ਮੈਂ ਜੀਣਾ ਨਹੀਂ ਚਾਹੁੰਦੀ, ਮੈਂ ਆਪਣੇ ਬੇਟੇ ਅੰਸ਼ ਦੇ ਕੋਲ ਜਾਣਾ ਚਾਹੁੰਦੀ ਹਾਂ। ਤਾਂ ਤੁਸੀਂ ਹੋ ਕੇ ਬਹਾਨੇ ਨਾਲ ਮੇਰੀ ਸਜ਼ਾ ਮਾਫ਼ ਕਰਵਾਉਣ ਦੇ ਚੱਕਰ ਵਿੱਚ ਹੋ। ਮੈਨੂੰ ਤੁਸੀਂ ਜਾਣ ਦਿਓ, ਮੈਂ ਜਿੰਦਾ ਨਹੀਂ ਰਹਿਣਾ ਚਾਹੁੰਦੀ। ਉਮਾ ਦੀ ਮਾਂ ਕਹਿਣ ਲੱਗੀ, ਤੈਨੂੰ ਮੇਰੇ ਸਿਰ ਦੀ ਕਸਮ ਆ, ਇਸ ਵਾਰ ਤੂੰ ਅਦਾਲਤ ਵਿੱਚ ਝੂਠ ਨਹੀਂ ਬੋਲੇਂਗੀ। ਤੇਰੇ ਉੱਪਰ ਜੋ ਬੀਤੀ ਆ ਉਹ ਇੱਕ ਗੱਲ ਸੱਚ ਦੱਸੇਂਗੀ। ਉਮਾ ਬਸ ਖਾਲੀ ਨਜ਼ਰਾਂ ਨਾਲ ਮੈਨੂੰ ਆਪਣੀ ਮਾਂ ਨੂੰ ਦੇਖਦੀ ਰਹੀ। ਖੈਰ, ਕੁਝ ਦਿਨਾਂ ਬਾਅਦ ਸੁਪਰੀਮ ਕੋਰਟ ਵਿੱਚ ਪੇਸ਼ੀ ਸੀ। ਇਸ ਵਾਰ ਉਮਾ ਦੇ ਨਾਲ ਮੇਰੀ ਡਿਊਟੀ ਲੱਗੀ ਹੋਈ ਸੀ। ਮੈਂ ਅਤੇ ਕੁਝ ਹੋਰ ਲੇਡੀ ਕਾਂਸਟੇਬਲ ਉਮਾ ਨੂੰ ਲੈ ਕੇ ਅਦਾਲਤ ਪਹੁੰਚ ਗਏ। ਸੁਪਰੀਮ ਕੋਰਟ ਦੇ ਜੱਜ ਨੇ ਜਦੋਂ ਉਮਾ ਨੂੰ ਦੇਖਿਆ ਤਾਂ ਉਸਦਾ ਪੂਰਾ ਨਾਮ ਪਰੇਸ਼ਾਨੀ ਵਿੱਚ ਬੋਲਿਆ। ਉਮਾ ਹਜੇ ਵੀ ਇਹੀ ਕਹਿ ਰਹੀ ਸੀ ਕਿ ਉਸਨੇ ਇਹ ਜੁਰਮ ਕੀਤਾ ਹੈ। ਜੱਜ ਨੇ ਉਮਾ ਦਾ ਮੈਡੀਕਲ ਕਰਵਾਉਣ ਲਈ ਕਿਹਾ। ਜੱਜ ਸਾਹਿਬ ਨੇ ਕਿਹਾ ਕਿ ਉਹਨਾਂ ਨੂੰ ਉਮਾ ਦੀ ਮੈਡੀਕਲ ਰਿਪੋਰਟ ਚਾਹੀਦੀ ਆ। ਅਦਾਲਤ ਵਿੱਚ ਅਗਲੀ ਤਰੀਕ ਮਿਲ ਗਈ ਸੀ। ਮੈਂ ਉਮਾ ਨੂੰ ਲੈ ਕੇ ਵਾਪਸ ਥਾਣੇ ਆ ਗਈ ਤੇ ਉਸਦਾ ਮੈਡੀਕਲ ਕਰਵਾਉਣ ਦੀ ਤਿਆਰੀ ਕਰਨ ਲੱਗ ਪਈ। ਮੈਂ ਉਮਾ ਨੂੰ ਪੁੱਛਿਆ ਕਿ ਆਖਿਰ ਇਦਾਂ ਦਾ ਕੀ ਹੋ ਸਕਦਾ ਕਿ ਜੱਜ ਨੂੰ ਤੇਰਾ ਮੈਡੀਕਲ ਕਰਵਾਉਣ ਦੀ ਜ਼ਰੂਰਤ ਪੈ ਗਈ। ਉਦੋਂ ਉਮਾ ਬੋਲੀ, ਮੈਨੂੰ ਨਹੀਂ ਪਤਾ, ਮੈਂ ਆਪਣਾ ਮੈਡੀਕਲ ਕਰਵਾਉਣਾ ਨਹੀਂ ਚਾਹੁੰਦੀ ਅਤੇ ਨਾ ਹੀ ਇਹ ਚਾਹੁੰਦੀ ਹਾਂ ਕਿ ਆਪਣੀ ਸਜ਼ਾ ਦੀ ਮਾਫ਼ੀ ਦੇ ਲਈ ਅਪੀਲ ਦਰਜ ਕੀਤੀ ਜਾਵੇ। ਮੈਂ ਮਰਨਾ ਚਾਹੁੰਦੀ ਹਾਂ, ਮੈਨੂੰ ਜੀਣਾ ਚੰਗਾ ਨਹੀਂ ਲੱਗਦਾ। ਮੈਂ ਕਿਹਾ ਕਿ ਤੂੰ ਜ਼ਿੰਦਗੀ ਤੋਂ ਇਸ ਕਦਰ ਅੱਕ ਕਿਉਂ ਗਈ ਹਾਂ? ਮੈਨੂੰ ਕੁਝ ਤਾਂ ਦੱਸ। ਉਮਾ ਕਹਿਣ ਲੱਗੀ, ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਸਖਤੀਆਂ ਦੇਖੀਆਂ ਹਨ। ਮੈਂ ਬਹੁਤ ਕੁਝ ਸਹਿਆ ਹੈ, ਇਸ ਕਰਕੇ ਮੈਂ ਮਰ ਜਾਣਾ ਚਾਹੁੰਦੀ ਹਾਂ। ਮੈਂ ਕਿਹਾ, ਸਾਡੀ ਜੇਲ੍ਹ ਵਿੱਚ ਇਦਾਂ ਦੇ ਕਈ ਕੇਸ ਆਏ ਹਨ ਜਿਸ ਵਿੱਚ ਮੁਜਰਮ ਆਪਣੀ ਸਜ਼ਾ ਦੇ ਲਈ ਮਾਫੀਆਂ ਮੰਗ ਰਿਹਾ ਹੁੰਦਾ। ਉਹ ਚਾਹੁੰਦਾ ਕਿ ਉਸ ਨੂੰ ਇੱਕ ਮੌਕਾ ਦਿੱਤਾ ਜਾਵੇ। ਫਿਰ ਤੂੰ ਕਿਉਂ ਚਾਹੁੰਦੀ ਆ ਕਿ ਤੈਨੂੰ ਮੌਤ ਦੀ ਸਜ਼ਾ ਹੋਵੇ? ਤਾਂ ਉਹ ਰੋਣ ਲੱਗ ਪਈ ਤੇ ਬੋਲੀ, ਮੇਰੀ ਉਮਰ ਹਜੇ ਘੱਟ ਆ। ਜੇ ਮੈਂ ਇੱਥੋਂ ਛੁੱਟ ਗਈ ਤਾਂ ਸ਼ਾਇਦ ਮੇਰੇ ਘਰ ਦੇ ਮੇਰੇ ਵਿਆਹ ਦੁਬਾਰਾ ਕਰ ਦੇਣ, ਪਰ ਮੈਂ ਵਿਆਹ ਨਹੀਂ ਕਰਵਾਉਣਾ ਚਾਹੁੰਦੀ। ਮੈਨੂੰ ਮਰਦ ਜਾਤ ਤੋਂ ਨਫ਼ਰਤ ਆ। ਮੈਂ ਕਿਹਾ, ਅੱਛਾ, ਇਦਾਂ ਕਿਉਂ? ਤਾਂ ਉਹ ਕਹਿਣ ਲੱਗੀ, ਕੁਝ ਸਾਲ ਪਹਿਲਾਂ ਮੇਰਾ ਵਿਆਹ ਹੋਇਆ ਸੀ। ਮੇਰਾ ਪਤੀ ਸਮੀਰ ਇੱਕ ਚੰਗਾ ਇਨਸਾਨ ਸੀ। ਅਸੀਂ ਦੋਨੋਂ ਇੱਕ ਦੂਸਰੇ ਨਾਲ ਖਿਆਲ ਰੱਖਦੇ ਹੁੰਦੇ ਸੀ। ਉਹ ਮੇਰੇ ਉੱਪਰ ਜਾਨ ਵਾਰਦਾ ਸੀ। ਸਾਰਾ ਕੁਝ ਬਹੁਤ ਵਧੀਆ ਚੱਲ ਰਿਹਾ ਸੀ। ਫਿਰ ਮੈਂ ਪ੍ਰੈਗਨੈਂਟ ਹੋ ਗਈ ਤੇ ਸਮੀਰ ਮੇਰਾ ਹੋਰ ਵੀ ਖਿਆਲ ਰੱਖਣ ਲੱਗ ਗਿਆ। ਮੈਨੂੰ ਲੱਗਦਾ ਸੀ ਕਿ ਹੁਣ ਮੇਰੀ ਜ਼ਿੰਦਗੀ ਵਿੱਚ ਕੋਈ ਵੀ ਕਮੀ ਨਹੀਂ ਹੈ। ਹੁਣ ਸਾਡੇ ਕੋਲ ਹਰ ਇੱਕ ਚੀਜ਼ ਮੌਜੂਦ ਆ। ਪਰ ਫਿਰ ਸਾਡੀ ਜ਼ਿੰਦਗੀ ਵਿੱਚ ਇੱਕ ਤੀਜਾ ਸ਼ਖਸ ਦਾਖਲ ਹੋ ਚੁੱਕਿਆ ਸੀ ਜਿਸ ਦੀ ਵਜ੍ਹਾ ਨਾਲ ਸਾਡਾ ਸਕੂਨ, ਚੈਨ ਸਭ ਕੁਝ ਖਤਮ ਹੋ ਗਿਆ। ਮੈਂ ਚੌਂਕ ਗਈ ਸੀ। ਮੈਨੂੰ ਲੱਗਿਆ ਕਿ ਉਮਾ ਹੁਣ ਰਾਹੁਲ ਦਾ ਨਾਮ ਲਵੇਗੀ, ਪਰ ਉਹ ਬੋਲੀ, ਸਾਡੀ ਜ਼ਿੰਦਗੀ ਵਿੱਚ ਨਿਸ਼ਾ ਆ ਗਈ ਸੀ। ਮੈਂ ਹੈਰਾਨੀ ਨਾਲ ਉਮਾ ਦੇ ਵੱਲ ਦੇਖਿਆ ਤਾਂ ਉਹ ਬੋਲੀ, ਮੈਂ ਸੱਚ ਕਹਿ ਰਹੀ ਹਾਂ। ਸਾਡੇ ਗਵਾਂਢ ਵਿੱਚ ਇੱਕ ਲੜਕੀ ਰਹਿਣ ਆਈ ਸੀ, ਨਿਸ਼ਾ। ਉਹ ਬਹੁਤ ਹੀ ਹਸੀਨ ਸੀ, ਬਹੁਤ ਪਿਆਰੀ ਸੀ। ਮੇਰੇ ਪਤੀ ਨੇ ਉਸ ਨੂੰ ਦੇਖਿਆ ਤਾਂ ਉਹ ਉਸ ਦੇ ਉੱਪਰ ਫਿਦਾ ਹੋ ਗਿਆ ਸੀ। ਮੈਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਸੀ, ਪਰ ਸਮੀਰ ਮੈਨੂੰ ਹਰ ਵਾਰ ਇਹੀ ਕਹਿੰਦਾ ਕਿ ਸਾਡੇ ਮੁਹੱਲੇ ਵਿੱਚ ਇੱਕ ਨਵੀਂ ਲੜਕੀ ਆਈ ਆ, ਨਿਸ਼ਾ। ਤੂੰ ਉਸ ਨੂੰ ਬੁਲਾ ਲਿਆ ਕਰ, ਉਹ ਵਿਚਾਰੀ ਇਕੱਲੀ ਰਹਿੰਦੀ ਆ। ਅਤੇ ਮੈਂ ਆਪਣੇ ਪਤੀ ਨੂੰ ਰਾਜ਼ੀ ਕਰਨ ਦੇ ਲਈ ਉਸ ਲੜਕੀ ਦੇ ਨਾਲ ਮਿਲਣ ਲੱਗ ਪਈ। ਮੇਰੀ ਅਤੇ ਉਸ ਦੀ ਚੰਗੀ ਭਲੀ ਦੋਸਤੀ ਵੀ ਹੋ ਗਈ। ਮੈਂ ਨਿਸ਼ਾ ਨੂੰ ਆਪਣੇ ਘਰ ਬੁਲਾਉਂਦੀ ਤਾਂ ਸਮੀਰ ਬਹੁਤ ਖੁਸ਼ ਹੁੰਦਾ। ਮੇਰੀ ਤਬੀਅਤ ਉਹਨਾਂ ਦਿਨਾਂ ਵਿੱਚ ਖਰਾਬ ਰਹਿੰਦੀ ਸੀ। ਉਹਨਾਂ ਦਿਨਾਂ ਵਿੱਚ ਅੰਸ਼ ਇਸ ਦੁਨੀਆ ਵਿੱਚ ਆਉਣ ਵਾਲਾ ਸੀ। ਤਾਂ ਸਮੀਰ ਮੈਨੂੰ ਕਹਿੰਦਾ, ਤੂੰ ਨਿਸ਼ਾ ਨੂੰ ਆਪਣੀ ਮਦਦ ਦੇ ਲਈ ਘਰ ਬੁਲਾ ਲਿਆ ਕਰ। ਅਤੇ ਮੈਂ ਅਕਸਰ ਹੀ ਉਸ ਨੂੰ ਬੁਲਾ ਲੈਂਦੀ ਸੀ, ਪਰ ਮੈਨੂੰ ਕੀ ਪਤਾ ਸੀ ਕਿ ਇਹੀ ਔਰਤ ਮੇਰੀਆਂ ਖੁਸ਼ੀਆਂ ਦੀ ਕਾਤਲ ਨਿਕਲੇਗੀ। ਇਹ ਰਾਜ਼ ਤਾਂ ਕਦੇ ਖੁੱਲ੍ਹਣਾ ਹੀ ਨਹੀਂ ਸੀ। ਪਰ ਇੱਕ ਦਿਨ ਨਿਸ਼ਾ ਸਾਡੀ ਰਸੋਈ ਵਿੱਚ ਚਾਹ ਬਣਾ ਰਹੀ ਸੀ ਤੇ ਮੈਂ ਆਪਣੇ ਕਮਰੇ ਵਿੱਚ ਲੇਟੀ ਆਰਾਮ ਕਰ ਰਹੀ ਸੀ ਤਾਂ ਮੈਨੂੰ ਖਿਆਲ ਆਇਆ ਕਿ ਮੈਂ ਵੀ ਨਿਸ਼ਾ ਦੇ ਕੋਲ ਚਲੀ ਜਾਣਾ ਚਾਹੀਦਾ। ਇੱਦਾਂ ਚੰਗਾ ਨਹੀਂ ਲੱਗਦਾ ਕਿ ਮੈਂ ਆਰਾਮ ਕਰਾਂ ਤੇ ਉਹ ਮੇਰੇ ਘਰ ਆ ਕੇ ਕੰਮ ਕਰੇ। ਇਸ ਕਰਕੇ ਮੈਂ ਰਸੋਈ ਵਿੱਚ ਗਈ ਤੇ ਇਹ ਦੇਖ ਕੇ ਦੰਗ ਰਹਿ ਗਈ ਸੀ ਕਿ ਨਿਸ਼ਾ ਅਤੇ ਸਮੀਰ ਇੱਕ ਦੂਜੇ ਦੇ ਹੱਥ ਫੜ ਕੇ ਗੱਲਾਂ ਕਰ ਰਹੇ ਸੀ। ਸਮੀਰ ਨਿਸ਼ਾ ਨੂੰ ਕਹਿ ਰਿਹਾ ਸੀ ਕਿ ਮੈਂ ਜਲਦੀ ਹੀ ਤੈਨੂੰ ਅਪਣਾ ਲਵਾਂਗਾ। ਇਹ ਸਭ ਦੇਖ ਕੇ ਮੇਰੇ ਕੋਲੋਂ ਬਰਦਾਸ਼ਤ ਨਾ ਹੋਇਆ ਤੇ ਮੈਂ ਬੋਲਣ ਲੱਗ ਪਈ ਕਿ ਅੱਛਾ, ਇਹ ਸਭ ਹੋ ਰਿਹਾ। ਦੇਖੋ ਇੱਥੇ ਮੈਨੂੰ ਤਾਂ ਲੱਗਿਆ ਸੀ ਨਿਸ਼ਾ ਤੂੰ ਮੇਰੀ ਦੋਸਤ ਆ, ਪਰ ਤੂੰ ਤਾਂ ਮੇਰੀਆਂ ਹੀ ਜੜ੍ਹਾਂ ਕੱਟ ਦਿੱਤੀਆਂ। ਅਤੇ ਸਮੀਰ, ਮੈਨੂੰ ਤੇਰੇ ਕੋਲੋਂ ਵੀ ਇਹ ਸਭ ਦੀ ਉਮੀਦ ਨਹੀਂ ਸੀ। ਸਮੀਰ ਨੇ ਮੇਰੇ ਮੂੰਹ ਤੇ ਥੱਪੜ ਮਾਰ ਦਿੱਤਾ। ਉਹ ਪਹਿਲੀ ਵਾਰ ਸੀ ਜਦੋਂ ਸਮੀਰ ਨੇ ਮੇਰੇ ਉੱਪਰ ਹੱਥ ਚੁੱਕਿਆ ਸੀ। ਉਸ ਤੋਂ ਬਾਅਦ ਸਮੀਰ ਨੇ ਮੈਨੂੰ ਦਿਨ ਰਾਤ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ, ਇੱਥੋਂ ਤੱਕ ਕਿ ਉਹ ਚਾਹੁੰਦਾ ਸੀ ਕਿ ਮੇਰਾ ਬੱਚਾ ਇਸ ਦੁਨੀਆ ਵਿੱਚ ਆਉਣ ਤੋਂ ਪਹਿਲਾਂ ਹੀ ਖਤਮ ਹੋ ਜਾਵੇ। ਉਹ ਮੈਨੂੰ ਇੱਦਾਂ ਮਾਰਦਾ ਸੀ ਕਿ ਮੇਰੀ ਰੂਹ ਤੱਕ ਕੰਬ ਜਾਂਦੀ ਸੀ।
ਇੱਕ ਦਿਨ ਸਮੀਰ ਨੇ ਮੇਰੀ ਬਾਂਹ 'ਤੇ ਮਾਰਿਆ ਤੇ ਮੇਰੀ ਬਾਂਹ ਟੁੱਟ ਗਈ। 5 ਦਿਨਾਂ ਬਾਅਦ ਮੇਰੀ ਡਿਲੀਵਰੀ ਹੋਈ ਸੀ। ਹਸਪੀਟਲ ਵਾਲਿਆਂ ਨੇ ਪੁੱਛਿਆ ਕਿ ਇਹ ਬਾਂਹ 'ਤੇ ਕੀ ਹੋਇਆ, ਤਾਂ ਸਮੀਰ ਨੇ ਕਹਿ ਦਿੱਤਾ ਕਿ ਪੌੜੀਆਂ ਤੋਂ ਡਿੱਗ ਪਈ ਆ, ਜਦ ਕਿ ਇੱਦਾਂ ਨਹੀਂ ਹੋਇਆ ਸੀ। ਮੈਂ ਆਪਣੇ ਬੇਟੇ ਨੂੰ ਚੁੱਕਣਾ ਚਾਹੁੰਦੀ ਸੀ, ਗੋਦੀ ਵਿੱਚ ਰੱਖਣਾ ਚਾਹੁੰਦੀ ਸੀ, ਪਰ ਮੈਨੂੰ ਆਪਣੇ ਬੇਟੇ ਨੂੰ ਚੁੱਕਣ ਲਈ ਵੀ ਦੂਜੇ ਇਨਸਾਨ ਦੇ ਸਹਾਰੇ ਦੀ ਜ਼ਰੂਰਤ ਪੈਂਦੀ ਸੀ, ਕਿਉਂਕਿ ਮੇਰਾ ਹੱਥ ਤਾਂ ਨਕਾਰਾ ਹੋ ਚੁੱਕਿਆ ਸੀ। ਹਜੇ ਕੁਝ ਸਮਾਂ ਇਸ ਨੂੰ ਠੀਕ ਹੋਣ ਵਿੱਚ ਲੱਗਣਾ ਸੀ। ਮੈਂ ਅੰਸ਼ ਨਾਲ ਪਿਆਰ ਕਰਦੀ, ਉਸਦੇ ਨਾਲ ਗੱਲਾਂ ਕਰਦੀ, ਮੇਰਾ ਦਿਲ ਖੁਸ਼ ਹੋ ਜਾਂਦਾ ਸੀ। ਸਮੀਰ ਸਵੇਰੇ ਸ਼ਾਮ ਇਹੀ ਕਹਿੰਦਾ ਸੀ ਕਿ ਮੈਂ ਤੈਨੂੰ ਤਲਾਕ ਦੇ ਕੇ, ਪਰ ਮੈਂ ਨਹੀਂ ਮੰਨਦੀ ਸੀ। ਮੈਂ ਆਪਣਾ ਘਰ ਖਰਾਬ ਨਹੀਂ ਕਰ ਸਕਦੀ ਸੀ, ਪਰ ਮੇਰਾ ਪਤੀ ਹੀ ਮੇਰਾ ਦੁਸ਼ਮਣ ਬਣਿਆ ਹੋਇਆ ਸੀ। ਮੈਂ ਆਪਣੇ ਬੱਚੇ ਦੀ ਖਾਤਰ ਸਭ ਕੁਝ ਬਰਦਾਸ਼ਤ ਕਰਦੀ ਰਹੀ। ਮੈਂ ਤਾਂ ਆਪਣੇ ਘਰ ਵਾਲਿਆਂ ਨਾਲ ਵੀ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਸੀ। ਸਮੀਰ ਮੈਨੂੰ ਕਿਸੇ ਨਾ ਕਿਸੇ ਬਹਾਨੇ ਮਾਰਦਾ ਕੁੱਟਦਾ। ਮੈਂ ਆਪਣੇ ਬੇਟੇ ਅੰਸ਼ ਨੂੰ ਬਹੁਤ ਪਿਆਰ ਕਰਦੀ ਸੀ। ਮੈਨੂੰ ਲੱਗਦਾ ਸੀ ਕਿ ਉਹੀ ਮੇਰੀ ਖੁਸ਼ੀਆਂ ਦਾ ਸਹਾਰਾ ਹੈ, ਉਹ ਮੇਰੀ ਜ਼ਿੰਦਗੀ ਹੈ। ਸਮੀਰ ਅੱਜ ਕੱਲ੍ਹ ਬਹੁਤ ਗੁੱਸੇ ਵਿੱਚ ਰਹਿਣ ਲੱਗ ਪਿਆ ਸੀ। ਇੱਕ ਦਿਨ ਸਮੀਰ ਮੇਰੇ ਕੋਲ ਆਇਆ ਤੇ ਬੋਲਿਆ, ਉਮਾ ਤੂੰ ਮੇਰੇ ਦਿਲ ਵਿੱਚੋਂ ਉਤਰ ਗਈ ਆਂ। ਮੈਂ ਆਪਣੀਆਂ ਅੱਖਾਂ ਦੇ ਸਾਹਮਣੇ ਤੈਨੂੰ ਬਰਦਾਸ਼ਤ ਨਹੀਂ ਕਰ ਸਕਦਾ, ਪਰ ਤੈਨੂੰ ਸਿਰਫ ਅੰਸ਼ ਦੀ ਵਜ੍ਹਾ ਨਾਲ ਬਰਦਾਸ਼ਤ ਕਰ ਰਿਹਾ, ਕਿਉਂਕਿ ਉਹ ਤੇਰੇ ਨਾਲ ਬਹੁਤ ਅਟੈਚ ਹੈ, ਅਤੇ ਜਦੋਂ ਇਹ ਵਜ੍ਹਾ ਵੀ ਖਤਮ ਹੋ ਜਾਵੇਗੀ ਤਾਂ ਮੈਂ ਤੈਨੂੰ ਛੱਡ ਦੇਵਾਂਗਾ। ਮੇਰੇ ਦਿਲ ਵਿੱਚ ਖਿਆਲ ਆਇਆ ਕਿ ਸ਼ਾਇਦ ਸਮੀਰ ਮੇਰੇ ਕੋਲੋਂ ਅੰਸ਼ ਨੂੰ ਖੋਹ ਲਵੇਗਾ ਤੇ ਮੈਨੂੰ ਘਰੋਂ ਕੱਢ ਦੇਵੇਗਾ, ਅਤੇ ਇਹ ਸੋਚ ਕੇ ਤਾਂ ਮੇਰੀ ਰੂਹ ਕੰਬ ਗਈ। ਮੈਂ ਆਪਣੇ ਬੇਟੇ ਨੂੰ ਕਿਸੇ ਵੀ ਹਾਲ ਵਿੱਚ ਗਵਾਉਣਾ ਨਹੀਂ ਚਾਹੁੰਦੀ ਸੀ। ਜਦੋਂ ਤੋਂ ਮੇਰੇ ਪਤੀ ਨੂੰ ਮੈਨੂੰ ਧਮਕੀ ਦਿੱਤੀ ਸੀ, ਮੈਂ ਸਾਰਾ ਦਿਨ ਆਪਣੇ ਬੇਟੇ ਨੂੰ ਚੁੰਮਦੀ ਰਹਿੰਦੀ ਤੇ ਇਹ ਸੋਚ ਕੇ ਰੋਂਦੀ ਰਹਿੰਦੀ ਕਿ ਜੇ ਸਮੀਰ ਨੇ ਮੇਰੇ ਕੋਲੋਂ ਅੰਸ਼ ਨੂੰ ਖੋਹ ਲਿਆ ਤਾਂ ਕੀ ਹੋਵੇਗਾ। ਇਸ ਦੇ ਬਿਨਾਂ ਤਾਂ ਮੈਂ ਮਰ ਜਾਵਾਂਗੀ। ਖੈਰ ਥੋੜੇ ਦਿਨਾਂ ਬਾਅਦ ਸਮੀਰ ਮੇਰੇ ਕੋਲ ਆਇਆ ਤੇ ਬੋਲਿਆ, ਮੈਂ ਅੱਜ ਨਿਸ਼ਾ ਨਾਲ ਵਿਆਹ ਕਰਨਾ ਏ, ਜਲਦੀ ਨਾਲ ਇਹਨਾਂ ਪੇਪਰਾਂ 'ਤੇ ਸਾਈਨ ਕਰ। ਪਰ ਮੈਂ ਨਾ ਮੰਨੀ। ਸਮੀਰ ਨੇ ਮੈਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ। ਫਿਰ ਸਮੀਰ ਅੰਸ਼ ਦੇ ਝੂਲੇ ਦੇ ਵੱਲ ਵਧਿਆ ਤੇ ਉਸ ਨੂੰ ਚੁੱਕ ਕੇ ਕਹਿਣ ਲੱਗਾ, ਇਹ ਦੇਖ ਹੁਣ ਮੈਂ ਕੀ ਕਰਨ ਵਾਲਾ ਹਾਂ। ਉਸਨੇ ਬਹੁਤ ਜ਼ੋਰ ਨਾਲ ਅੰਸ਼ ਨੂੰ ਬੈੱਡ 'ਤੇ ਮਾਰਿਆ। ਉਹ ਬੈੱਡ ਤੋਂ ਜ਼ਮੀਨ 'ਤੇ ਡਿੱਗ ਪਿਆ। ਉਸ ਦੀ ਇੱਕ ਸਿਸਕੀ ਬੁਲੰਦ ਹੋਈ ਸੀ ਤੇ ਉਸ ਤੋਂ ਬਾਅਦ ਉਸ ਦੀ ਕੋਈ ਵੀ ਆਵਾਜ਼ ਨਹੀਂ ਆਈ। ਮੈਂ ਬਹੁਤ ਚੀਖੀ, ਭੱਜ ਕੇ ਅੰਸ਼ ਦੇ ਕੋਲ ਜਾਣਾ ਚਾਹੁੰਦੀ ਸੀ, ਪਰ ਸਮੀਰ ਨੇ ਮੇਰਾ ਹੱਥ ਫੜਿਆ ਸੀ। ਮੇਰਾ 6 ਮਹੀਨੇ ਦੇ ਛੋਟੇ ਜਿਹੇ ਅੰਸ਼ ਨੇ ਮੇਰੇ ਸਾਹਮਣੇ ਦਮ ਤੋੜਿਆ ਸੀ। ਮੈਂ ਇੱਕ ਪਾਸੇ ਖੜੀ ਸੀ। ਮੈਂ ਆਪਣੇ ਬੱਚੇ ਨੂੰ ਚੁੱਕਣਾ ਚਾਹੁੰਦੀ ਸੀ, ਪਿਆਰ ਨਾਲ ਉਸ ਨੂੰ ਸੀਨੇ ਨਾਲ ਲਗਾਉਣਾ ਚਾਹੁੰਦੀ ਸੀ, ਪਰ ਸਮੀਰ ਨੇ ਮੇਰਾ ਹੱਥ ਨਾ ਛੱਡਿਆ। ਸਮੀਰ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਲੋਕੋ ਆ ਕੇ ਦੇਖੋ, ਮੇਰੀ ਪਤਨੀ ਨੇ ਕੀ ਕਰ ਦਿੱਤਾ। ਮੇਰੀ ਪਤਨੀ ਨੇ ਆਪਣੇ ਹੀ ਬੇਟੇ ਨੂੰ ਮਾਰ ਦਿੱਤਾ। ਮਹੱਲੇ ਵਾਲੇ ਲੋਕ ਇਕੱਠੇ ਹੋ ਚੁੱਕੇ ਸੀ ਤੇ ਇੱਕ ਪਾਸੇ ਅੰਸ਼ ਦੀ ਲਾਸ਼ ਪਈ ਸੀ ਤੇ ਦੂਜੇ ਪਾਸੇ ਮੇਰੇ ਪਤੀ ਨੇ ਮੇਰੇ ਉੱਪਰ ਇਹ ਇਲਜ਼ਾਮ ਲਗਾ ਦਿੱਤਾ ਕਿ ਮੈਂ ਆਪਣੇ ਬੇਟੇ ਨੂੰ ਮਾਰਨ ਤੋਂ ਬਾਅਦ ਆਪਣੇ ਪਤੀ ਦੀ ਵੀ ਜਾਨ ਲੈਣਾ ਚਾਹੁੰਦੀ ਹਾਂ, ਕਿਉਂਕਿ ਮੈਂ ਮਹੱਲੇ ਦੇ ਲੜਕੇ ਰਾਹੁਲ ਦੇ ਨਾਲ ਇਸ਼ਕ ਲੜਾਇਆ ਹੋਇਆ ਹੈ। ਜਦ ਕਿ ਹਕੀਕਤ ਤਾਂ ਇਹ ਹੈ ਕਿ ਮੈਂ ਤਾਂ ਇਹ ਵੀ ਨਹੀਂ ਜਾਣਦੀ ਕਿ ਰਾਹੁਲ ਕੌਣ ਆ। ਤੇ ਫਿਰ ਮੇਰੇ ਪਤੀ ਨੇ ਆ ਕੇ ਜੇਲ੍ਹ ਵਿੱਚ ਵੀ ਡਰਾਮਾ ਕੀਤਾ ਅਤੇ ਰਾਹੁਲ ਨੂੰ ਵੀ ਭੇਜ ਦਿੱਤਾ ਤਾਂ ਕਿ ਇਹ ਗੱਲ ਪੱਕੀ ਹੋ ਜਾਵੇ ਕਿ ਮੇਰਾ ਉਸ ਦੇ ਨਾਲ ਚੱਕਰ ਸੀ। ਉਹ ਪਤਾ ਨਹੀਂ ਇੱਥੇ ਆ ਕੇ ਕੀ ਗੱਲਾਂ ਕਰ ਰਿਹਾ ਸੀ। ਖੈਰ ਜਦੋਂ ਲੋਕਾਂ ਨੇ ਉਹ ਮੰਜ਼ਰ ਦੇਖਿਆ ਤਾਂ ਪੁਲਿਸ ਨੂੰ ਫੋਨ ਕਰਕੇ ਬੁਲਾ ਲਿਆ। ਪੁਲਿਸ ਮੈਨੂੰ ਫੜ ਕੇ ਲੈ ਗਈ ਸੀ। ਮੈਂ ਹਜੇ ਤੱਕ ਸਦਮੇ ਵਿੱਚ ਹਾਂ। ਮੈਨੂੰ ਰਾਤਾਂ ਨੂੰ ਨੀਂਦ ਨਹੀਂ ਆਉਂਦੀ। ਮੇਰਾ ਛੋਟਾ ਜਿਹਾ ਬੱਚਾ ਮੇਰੀਆਂ ਅੱਖਾਂ ਦੇ ਸਾਹਮਣੇ ਮਰ ਗਿਆ ਅਤੇ ਮੈਂ ਕੁਝ ਵੀ ਨਹੀਂ ਕਰ ਪਾਈ। ਉਸ ਨੂੰ ਗੋਦੀ ਵਿੱਚ ਵੀ ਨਾ ਚੁੱਕ ਸਕੀ। ਇਹ ਗਮ ਮੇਰੇ ਵਾਸਤੇ ਬਹੁਤ ਵੱਡਾ ਹੈ। ਮੈਂ ਜੀਣਾ ਨਹੀਂ ਚਾਹੁੰਦੀ। ਮੈਨੂੰ ਆਪਣਾ ਬੇਟਾ ਬਹੁਤ ਯਾਦ ਆਉਂਦਾ ਹੈ। ਉਮਾ ਰੋਣ ਲੱਗ ਪਈ ਸੀ। ਮੈਂ ਉਸ ਨੂੰ ਕਿਹਾ ਕਿ ਸਬਰ ਕਰੋ। ਮੈਂ ਉਸ ਨੂੰ ਦਿਲਾਸਾ ਦਿੱਤਾ, ਪਰ ਮੈਨੂੰ ਨਹੀਂ ਪਤਾ ਸੀ ਕਿ ਉਮਾ ਨੇ ਸੱਚ ਕਿਹਾ ਸੀ ਜਾਂ ਮਨ ਘੜਤ ਕਹਾਣੀ ਸੀ। ਖੈਰ ਫਿਰ ਉਮਾ ਦੀ ਪੇਸ਼ੀ ਦਾ ਦਿਨ ਆ ਗਿਆ ਸੀ। ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਜੱਜ ਨੇ ਰਿਪੋਰਟ ਦੇਖੀ ਤਾਂ ਕਹਿਣ ਲੱਗਾ, ਤੁਹਾਡੀ ਬਾਂਹ ਕਿੱਦਾਂ ਟੁੱਟੀ ਸੀ। ਅਤੇ ਉਦੋਂ ਉਮਾ ਫੁੱਟ ਕੇ ਰੋਣ ਲੱਗ ਪਈ ਤੇ ਉਸਨੇ ਸਾਰੀ ਦਾਸਤਾਨ ਸੁਣਾ ਦਿੱਤੀ। ਮੈਡੀਕਲ ਰਿਪੋਰਟ ਵਿੱਚ ਇਹ ਵੀ ਪਤਾ ਲੱਗਾ ਗਿਆ ਕਿ ਉਮਾ ਉੱਪਰ ਬਹੁਤ ਲੰਬੇ ਸਮੇਂ ਤੋਂ ਜ਼ੁਲਮ ਹੋ ਰਿਹਾ ਸੀ। ਉਸ ਦੇ ਜਿਸਮ ਦੀਆਂ ਕਈ ਹੱਡੀਆਂ ਟੁੱਟ ਚੁੱਕੀਆਂ ਸੀ ਤੇ ਉਸ ਦੇ ਜਿਸਮ ਦੇ ਜ਼ਖਮਾਂ ਦੇ ਨਿਸ਼ਾਨ ਸੀ, ਪਰ ਉਹ ਇਹ ਸਭ ਕੁਝ ਲੁਕੋ ਕੇ ਬੈਠੀ ਸੀ। ਉਹ ਮਰ ਜਾਣਾ ਚਾਹੁੰਦੀ ਸੀ। ਉਸ ਦਾ ਬੇਟਾ ਉਸ ਦੇ ਕੋਲੋਂ ਖੋਹ ਲਿਆ ਗਿਆ ਸੀ ਤੇ ਮੈਂ ਉਮਾ ਨੂੰ ਹੀ ਕਸੂਰਵਾਰ ਸਮਝ ਰਹੀ ਸੀ, ਪਰ ਉਹ ਵਿਚਾਰੀ ਤਾਂ ਬੇਕਸੂਰ ਨਿਕਲੀ। ਹੁਣ ਮੈਨੂੰ ਆਪਣੇ ਰਵੱਈਏ ਤੇ ਅਫਸੋਸ ਹੋ ਰਿਹਾ ਸੀ। ਖੈਰ ਅਦਾਲਤ ਨੇ ਫੈਸਲਾ ਸੁਣਾਇਆ ਕਿ ਉਮਾ ਬੇਕਸੂਰ ਹੈ। ਉਸ ਦੀ ਬਾਇਜ਼ਤ ਬਰੀ ਕਰ ਦਿੱਤਾ ਗਿਆ।
ਹੁਣ ਉਹ ਜੇਲ੍ਹ ਵਿੱਚੋਂ ਨਿਕਲ ਕੇ ਆਪਣੇ ਘਰ ਜਾ ਚੁੱਕੀ ਹੈ, ਜਦਕਿ ਸਮੀਰ ਨੂੰ ਪੁਲਿਸ ਨੇ ਫੜ ਲਿਆ ਤੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਗਈ। ਉਮਾ ਹੁਣ ਵੀ ਆਪਣੇ ਬੱਚੇ ਨੂੰ ਯਾਦ ਕਰਕੇ ਰੋਂਦੀ ਰਹਿੰਦੀ ਹੈ। ਮੈਨੂੰ ਪਤਾ ਹੈ ਕਿ ਉਸ ਦੇ ਨਾਲ ਬਹੁਤ ਜ਼ੁਲਮ ਹੋਇਆ ਹੈ। ਮੈਂ ਤਾਂ ਉਸ ਦੇ ਲਈ ਦੁਆ ਕਰਦੀ ਹਾਂ ਕਿ ਰੱਬ ਉਸ ਨੂੰ ਸਬਰ ਦੇਵੇ।